ਸਭ ਨੂੰ ਜੈ ਮਸੀਹ ਦੀ। ਪੰਜਾਬੀ ਬਾਈਬਲ ਸਟੋਰੀਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ। ਤੁਸੀਂ ਇਸ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਸਕਦੇ ਹੋ। ਇਸ ਚੈਨਲ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਸਭ ਨੂੰ ਬੜੀ ਆਸ਼ੀਸ਼ ਦੇਵੇ। ਤਾਂ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਮੈਂ ਤੁਹਾਨੂੰ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਬਾਰੇ ਦੱਸਣ ਜਾ ਰਿਹਾ ਹਾਂ, ਜਿਸ ਦਾ ਵਰਣਨ ਤੁਹਾਨੂੰ ਮੱਤੀ ਦੀ ਕਿਤਾਬ 13 ਅਧਿਆਏ ਤੇ ਉਸ ਦੇ 24 ਤੋਂ ਲੈ ਕੇ 30 ਅਧਿਆਏ ਤੱਕ ਵੇਖਣ ਨੂੰ ਮਿਲ ਜਾਵੇਗਾ। ਤੇ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪ੍ਰਭੂ ਯਿਸੂ ਮਸੀਹ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਵਿੱਚ ਘੁੰਮ ਕੇ ਸੁਸਮਾਚਾਰ ਦਾ ਪ੍ਰਚਾਰ ਲੋਕਾਂ ਨੂੰ ਕਰਦੇ ਸਨ ਅਤੇ ਪ੍ਰਭੂ ਯਿਸੂ ਮਸੀਹ ਬਹੁਤ ਸਾਰੀਆਂ ਗੱਲਾਂ ਲੋਕਾਂ ਦੇ ਨਾਲ ਦ੍ਰਿਸ਼ਟਾਂਤਾਂ ਦੇ ਰਾਹੀਂ ਕਰਦੇ ਸਨ। ਤੇ ਇੱਕ ਦਿਨ ਪ੍ਰਭੂ ਯਿਸੂ ਮਸੀਹ ਝੀਲ ਦੇ ਕਿਨਾਰੇ ਜਾ ਬੈਠੇ ਤੇ ਬਹੁਤ ਸਾਰੀ ਭੀੜ ਪ੍ਰਭੂ ਯਿਸੂ ਮਸੀਹ ਦੇ ਆਲੇ ਦੁਆਲੇ ਇਕੱਠੀ ਹੋ ਗਈ ਤੇ ਪ੍ਰਭੂ ਯਿਸੂ ਮਸੀਹ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਕਿਨਾਰੇ ਬੈਠੇ ਲੋਕਾਂ ਨੂੰ ਉਪਦੇਸ਼ ਦੇਣ ਲੱਗੇ। ਤੇ ਪ੍ਰਭੂ ਯਿਸੂ ਨੇ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਦੇ ਵਿੱਚ ਉਹਨਾਂ ਨੂੰ ਕਹੀਆਂ ਤੇ ਜਿਨ੍ਹਾਂ ਦੇ ਵਿੱਚੋਂ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਵੀ ਇੱਕ ਸੀ। ਤੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ, ਪਰ ਜਦੋਂ ਲੋਕ ਸੌਂ ਰਹੇ ਸਨ ਤਾਂ ਵੈਰੀ ਆਇਆ ਅਤੇ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ। ਅਤੇ ਜਦੋਂ ਬੂਰ ਪਿਆ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਖ ਪਈ। ਤਾਂ ਨੌਕਰਾਂ ਨੇ ਆ ਕੇ ਮਾਲਕ ਨੂੰ ਆਖਿਆ, ਭਲਾ ਸੁਆਮੀ ਜੀ, ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਆਈ? ਉਸ ਨੇ ਉਹਨਾਂ ਨੂੰ ਆਖਿਆ, ਇਹ ਵੈਰੀ ਦਾ ਕੰਮ ਹੈ। ਤਾਂ ਨੌਕਰਾਂ ਨੇ ਉਹਨੂੰ ਆਖਿਆ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਸ ਨੂੰ ਪੁੱਟ ਦਈਏ। ਪਰ ਉਹਨੇ ਕਿਹਾ, ਨਾ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟ ਦਿਆਂ ਕਣਕ ਨੂੰ ਵੀ ਨਾਲੋਂ ਹੀ ਪੁੱਟ ਲਓ। ਵਾਢੀ ਤਦ ਦੋਹਾਂ ਨੂੰ ਇਕੱਠੇ ਵੱਢਣ ਦਿਓ। ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹਦੀਆਂ ਪੂਲੀਆਂ ਬੰਨ੍ਹ ਲਓ, ਪਰ ਕਣਕ ਨੂੰ ਮੇਰੇ ਗੋਦਾਮ ਵਿੱਚ ਕਰੋ। ਫਿਰ ਉਹ ਭੀੜ ਨੂੰ ਭੇਜ ਕੇ ਘਰ ਆਇਆ ਅਤੇ ਉਹਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾ ਦਿਓ। ਉਸ ਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ। ਖੇਤ ਸੰਸਾਰ ਹੈ। ਚੰਗਾ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ। ਅਤੇ ਉਹ ਜਿਸ ਵੈਰੀ ਨੇ ਉਸ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਅਤੇ ਵੱਢਣ ਵਾਲੇ ਸਵਰਗਦੂਤ ਹਨ। ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ, ਉਸੇ ਤਰ੍ਹਾਂ ਇਹ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਸਵਰਗਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖਵਾਉਣ ਵਾਲੀਆਂ ਚੀਜ਼ਾਂ ਅਤੇ ਕੁਧਰਮੀਆਂ ਨੂੰ ਇਕੱਠਿਆਂ ਕਰਨਗੇ ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਚੀਚੀਆਂ ਵੱਟਣਾ ਹੋਵੇਗਾ। ਤਦ ਧਰਮੀ ਆਪਣੇ ਪਿਤਾ ਦੇ ਰਾਜ ਦੇ ਵਿੱਚ ਸੂਰਜ ਵਾਂਗੂ ਚਮਕਣਗੇ। ਜੀ ਦੇ ਕੰਨ ਹੋਣ ਉਹ ਸੁਣ ਲਓ। ਤੇ ਇਸ ਤੋਂ ਪਹਿਲਾਂ ਕਿ ਅਸੀਂ ਇਸ ਦ੍ਰਿਸ਼ਟਾਂਤ ਦੇ ਬਾਰੇ ਦੇ ਵਿੱਚ ਹੋਰ ਜਾਣੀਏ, ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸਵਰਗ ਦਾ ਰਾਜ ਇੱਕ ਖੇਤ ਦੇ ਸਮਾਨ ਹੈ ਜਿਸ ਦੇ ਵਿੱਚ ਕਣਕ ਅਤੇ ਜੰਗਲੀ ਬੂਟੀ ਦੋਵੇਂ ਹਨ। ਤੇ ਇੱਕ ਗੱਲ ਮੈਂ ਹੋਰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਿਵੇਂ ਕਿ ਇਸ ਦ੍ਰਿਸ਼ਟਾਂਤ ਦੇ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਖੇਤ ਦਾ ਮਤਲਬ ਸੰਸਾਰ ਹੈ, ਨਾ ਕਿ ਕਲੀਸਿਆ। ਕਿਉਂਕਿ ਮੈਂ ਕਈ ਵਾਰ ਸੁਣਿਆ ਹੈ ਕਈ ਪ੍ਰਚਾਰਕ ਇਸ ਨੂੰ ਇੱਕ ਕਲੀਸਿਆ ਦੇ ਮਾਧਿਅਮ ਦੇ ਰਾਹੀਂ ਸਮਝਾਉਂਦੇ ਹਨ ਤੇ ਉਹ ਕਹਿੰਦੇ ਹਨ ਕਿ ਕਲੀਸਿਆ ਦੇ ਵਿੱਚ ਕਣਕ ਅਤੇ ਜੰਗਲੀ ਬੂਟੀ ਨੂੰ ਰਹਿਣ ਦਿਓ ਅਤੇ ਨਿਆਂ ਵਾਲੇ ਦਿਨ ਆਪ ਹੀ ਪਰਮੇਸ਼ਰ ਧਰਮੀਆਂ ਅਤੇ ਕੁਧਰਮੀਆਂ ਨੂੰ ਵੱਖ ਕਰੇਗਾ। ਅਤੇ ਜਿਹੜੇ ਪ੍ਰਚਾਰਕ ਇਸ ਗੱਲ ਨੂੰ ਕਹਿੰਦੇ ਹਨ ਉਹਨਾਂ ਨੂੰ
ਇਸ ਵਚਨ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ ਕਿ ਇੱਥੇ ਖੇਤ ਦਾ ਭਾਵ ਸੰਸਾਰ ਹੈ, ਨਾ ਕਿ ਕਲੀਸਿਆ। ਤੇ ਪਰਮੇਸ਼ਰ ਕਲੀਸਿਆ ਦੇ ਵਿੱਚ ਨਹੀਂ, ਪਰ ਸੰਸਾਰ ਦੇ ਵਿੱਚ ਵਿਸ਼ਵਾਸੀਆਂ ਅਤੇ ਅਵਿਸ਼ਵਾਸੀਆਂ ਨੂੰ ਨਾਲ-ਨਾਲ ਵਧਣ ਦਿੰਦਾ ਹੈ। ਤੇ ਕਲੀਸਿਆ ਦੇ ਵਿੱਚ ਸਿਰਫ ਉਹ ਹੀ ਲੋਕ ਮਸੀਹ ਦੀ ਦੇਹ ਦੇ ਅੰਗ ਹੋ ਸਕਦੇ ਹਨ ਜਿਨ੍ਹਾਂ ਨੇ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕੀਤਾ, ਅਤੇ ਬਾਕੀ ਲੋਕ ਵੀ ਕਲੀਸਿਆ ਦੇ ਵਿੱਚ ਆ ਸਕਦੇ ਹਨ, ਅਵਿਸ਼ਵਾਸੀ ਲੋਕ। ਅਤੇ ਕਿਉਂ ਨਹੀਂ, ਉਹਨਾਂ ਨੂੰ ਆਉਣ ਦੇਣਾ ਚਾਹੀਦਾ ਹੈ, ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ, ਪਰ ਉਹ ਤਦ ਤੱਕ ਮਸੀਹ ਦੀ ਦੇਹ ਦੇ ਅੰਗ ਨਹੀਂ ਬਣ ਸਕਦੇ ਜਦ ਤੱਕ ਉਹ ਮਨ ਨਹੀਂ ਫਿਰਾਉਂਦੇ ਅਤੇ ਵਿਸ਼ਵਾਸ ਨਹੀਂ ਕਰਦੇ ਤੇ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਕੇ ਨਵਾਂ ਜਨਮ ਨਾ ਪਾ ਲੈਣ। ਇਸ ਕਰਕੇ ਇੱਕ ਗੱਲ ਨੂੰ ਤੁਸੀਂ ਹਮੇਸ਼ਾ ਯਾਦ ਰੱਖਿਓ ਕਿ ਇਹ ਦ੍ਰਿਸ਼ਟਾਂਤ ਕਲੀਸਿਆ ਦੇ ਬਾਰੇ ਨਹੀਂ, ਪਰ ਇਸ ਸੰਸਾਰ ਵਿੱਚ ਰਹਿਣ ਵਾਲੇ ਵਿਸ਼ਵਾਸੀ ਅਤੇ ਅਵਿਸ਼ਵਾਸੀਆਂ ਦੇ ਬਾਰੇ ਹੈ, ਅਤੇ ਜਿਸ ਦੇ ਵਿੱਚ ਕਲੀਸਿਆ ਦੇ ਮੈਂਬਰ ਵੀ ਹੋ ਸਕਦੇ ਹਨ ਜੋ ਅਵਿਸ਼ਵਾਸੀ ਹੋਣ। ਤੇ ਆਓ ਹੁਣ ਅਸੀਂ ਇਸ ਦ੍ਰਿਸ਼ਟਾਂਤ ਨੂੰ ਸਮਝਾਂਗੇ। ਇਸ ਦ੍ਰਿਸ਼ਟਾਂਤ ਦੇ ਵਿੱਚ ਜੰਗਲੀ ਬੂਟੀ ਦਾ ਜ਼ਿਕਰ ਕੀਤਾ ਗਿਆ ਹੈ, ਅਤੇ ਇਹ ਜੰਗਲੀ ਬੂਟੀ ਕਣਕ ਵਾਂਗ ਦਿਖਣ ਵਾਲੀ ਇੱਕ ਬੂਟੀ ਹੁੰਦੀ ਸੀ ਜਿਸ ਨੂੰ ਪਛਾਣਨਾ ਬਹੁਤ ਹੀ ਮੁਸ਼ਕਲ ਹੁੰਦਾ ਸੀ, ਅਤੇ ਇਸ ਜੰਗਲੀ ਬੂਟੀ ਦੀਆਂ ਜੜ੍ਹਾਂ ਕਣਕ ਦੀਆਂ ਜੜ੍ਹਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਗਹਿਰੀਆਂ ਹੁੰਦੀਆਂ ਸਨ। ਤੇ ਜਦੋਂ ਇਸ ਜੰਗਲੀ ਬੂਟੀ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਕਣਕ ਦਾ ਬੂਟਾ ਵੀ ਨਾਲ ਪੱਟਿਆ ਜਾਂਦਾ ਸੀ, ਤੇ ਇਹ ਚਾਂਸ ਹੁੰਦਾ ਸੀ ਕਿ ਨਾਲ-ਨਾਲ ਕਣਕ ਦੀ ਫਸਲ ਵੀ ਖਰਾਬ ਹੋ ਜਾਵੇ। ਕਿਸਾਨ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੰਗਲੀ ਬੂਟੀ ਖਾਦ, ਪਾਣੀ ਤੇ ਹਵਾ ਕਣਕ ਨਾਲੋਂ ਜ਼ਿਆਦਾ ਮਾਤਰਾ ਦੇ ਵਿੱਚ ਲੈ ਕੇ ਕਣਕ ਦੀ ਖੇਤੀ ਨੂੰ ਨੁਕਸਾਨ ਕਰ ਰਹੀ ਹੈ, ਫਿਰ ਵੀ ਕਿਸਾਨ ਉਹਨਾਂ ਨੂੰ ਵਾਢੀ ਤੱਕ ਵਧਣ ਦਿੰਦਾ ਹੈ। ਤੇ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਇਸ ਬੂਟੀ ਨੂੰ ਇਸ ਦੇ ਫਲ ਜਾਂ ਇਸ ਦੀਆਂ ਵੱਲਾਂ ਤੋਂ ਹੀ ਪਛਾਣਿਆ ਜਾ ਸਕਦਾ ਸੀ। ਤੇ ਇੱਕ ਗੱਲ ਹੋਰ, ਜਦੋਂ ਪ੍ਰਭੂ ਯੀਸ਼ੂ ਮਸੀਹ ਇਸ ਦ੍ਰਿਸ਼ਟਾਂਤ ਨੂੰ ਚੇਲਿਆਂ ਨੂੰ ਸਮਝਾ ਰਹੇ ਸਨ ਤਾਂ ਉਹਨਾਂ ਨੇ ਉਹਨਾਂ ਨੌਕਰਾਂ ਬਾਰੇ ਕੋਈ ਗੱਲ ਨਹੀਂ ਕੀਤੀ ਜੋ ਮਾਲਕ ਦੇ ਕੋਲ ਆ ਕੇ ਕਹਿ ਰਹੇ ਸਨ ਕਿ ਅਸੀਂ ਇਸ ਨੂੰ ਪੁੱਟ ਦਈਏ। ਅਤੇ ਨਾਲ-ਨਾਲ ਇੱਕ ਗੱਲ ਹੋਰ ਵੇਖਣ ਵਾਲੀ ਹੈ ਕਿ ਪ੍ਰਭੂ ਯੀਸ਼ੂ ਮਸੀਹ ਨੇ ਲੋਕਾਂ ਦੀ ਨੀਤ ਦਾ ਵੀ ਇੱਥੇ ਕੋਈ ਜ਼ਿਕਰ ਨਹੀਂ ਕੀਤਾ। ਹੋ ਸਕਦਾ ਹੈ ਕਿ ਇਹ ਗੱਲਾਂ ਇੰਨੀਆਂ ਜ਼ਿਆਦਾ ਇੰਪੋਰਟੈਂਟ ਨਾ ਹੋਣ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਇਸ ਪੂਰੇ ਸੰਸਾਰ ਦਾ ਸੁਆਮੀ ਸਿਰਫ ਇੱਕੋ ਇੱਕ ਹੈ, ਪਰਮੇਸ਼ਰ, ਤੇ ਸਭ ਕੁਝ ਉਹਦੇ ਕੰਟਰੋਲ ਦੇ ਵਿੱਚ ਹੈ। ਤੇ ਮਨੁੱਖ ਇਸ ਸੰਸਾਰ ਦੇ ਵਿੱਚ ਚਾਹੇ ਕਿੱਥੇ ਵੀ ਰਹਿੰਦਾ ਹੋਵੇ, ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਗੁਫਾਵਾਂ ਦੇ ਵਿੱਚ, ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ, ਕਿਤੇ ਵੀ, ਉਹ ਪਰਮੇਸ਼ਰ ਦੀ ਹੀ ਬਣਾਈ ਹੋਈ ਇਸ ਧਰਤੀ ਦੇ ਉੱਤੇ ਰਹਿੰਦਾ ਹੈ। ਤੇ ਉਹ ਜਾਂ ਤਾਂ ਪਰਮੇਸ਼ਰ ਦੀ ਸੰਤਾਨ ਹੋ ਸਕਦਾ ਹੈ ਤੇ ਜਾਂ ਫਿਰ ਦੁਸ਼ਟ ਦੀ ਸੰਤਾਨ ਹੋ ਸਕਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਾਂ ਤਾਂ ਉਹ ਕਣਕ ਹੋ ਸਕਦਾ ਹੈ ਤੇ ਜਾਂ ਫਿਰ ਜੰਗਲੀ ਬੂਟੀ। ਇਸ ਦ੍ਰਿਸ਼ਟਾਂਤ ਦੇ ਵਿੱਚ ਇੱਕ ਗੱਲ ਤਾਂ ਸਾਨੂੰ ਸਪਸ਼ਟ ਦਿਖ ਜਾਂਦੀ ਹੈ ਕਿ ਮਨੁੱਖ ਇਹਨਾਂ ਦੋਹਾਂ ਵਿੱਚੋਂ ਇੱਕ ਹੈ, ਜਾਂ ਤਾਂ ਉਹ ਕਣਕ ਹੈ ਤੇ ਜਾਂ ਫਿਰ ਜੰਗਲੀ ਬੂਟੀ। ਤੇ ਦੋਵੇਂ ਇਸ ਸੰਸਾਰ ਦੇ ਵਿੱਚ ਨਾਲ-ਨਾਲ ਵੱਧਦੇ ਹਨ ਤੇ ਦੋਵਾਂ ਦੇ ਉੱਤੇ ਪਰਮੇਸ਼ਵਰ ਕਿਰਪਾ ਕਰਦਾ ਹੈ ਤੇ ਮੀਂਹ ਵਰਾਉਂਦਾ ਹੈ, ਤੇ ਦੋਵਾਂ ਦੇ ਉੱਤੇ ਉਹ ਆਪਣਾ ਸੂਰਜ ਚਮਕਾਉਂਦਾ ਹੈ। ਤੇ ਕਦੇ-ਕਦੇ ਤਾਂ ਇੰਜ ਵੇਖਣ ਨੂੰ ਲੱਗਦਾ ਹੈ ਕਿ ਦੁਸ਼ਟ ਜ਼ਿਆਦਾ ਬਲਵਾਨ ਹਨ ਤੇ ਉਹ ਧਰਮੀਆਂ ਨਾਲੋਂ ਜ਼ਿਆਦਾ ਵੱਧਦੇ ਫੁੱਲਦੇ ਹਨ। ਸਾਡਾ ਪਰਮੇਸ਼ਰ ਅਜਿਹਾ ਪਰਮੇਸ਼ਰ ਹੈ ਜੋ ਅੱਗ ਅਤੇ ਗੰਧਕ ਵਰਸਾ ਕੇ ਜਾਂ ਫਿਰ ਮੀਂਹ ਦੇ ਦੁਆਰਾ, ਹੜ੍ਹ ਦੇ ਦੁਆਰਾ ਅਤੇ ਜਾਂ ਫਿਰ ਬਿਮਾਰੀਆਂ ਦੇ ਦੁਆਰਾ ਦੁਸ਼ਟਾਂ ਦਾ ਨਾਸ਼ ਕਰ ਸਕਦਾ ਹੈ। ਪਰ ਉਹ ਨਹੀਂ ਚਾਹੁੰਦੇ ਕਿ ਦੁਸ਼ਟਾਂ ਦੇ ਨਾਲ ਧਰਮੀਆਂ ਨੂੰ ਵੀ ਕੋਈ ਹਾਨੀ ਪਹੁੰਚੇ। ਤੇ ਪ੍ਰਭੂ ਯੀਸ਼ੂ ਮਸੀਹ ਵੀ ਇਸ ਦੁਨੀਆ ਦੇ ਵਿੱਚ ਕੋ ਧਰਮੀਆਂ ਨੂੰ ਨਸ਼ਟ ਕਰਨ ਨਹੀਂ, ਉਹਨਾਂ ਨੂੰ ਬਚਾਉਣ ਆਏ ਹਨ। ਤੇ ਬਹੁਤ ਸਾਰੇ ਵਿਸ਼ਵਾਸੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹਨਾਂ ਸੇਵਕਾਂ ਦੀ ਤਰ੍ਹਾਂ ਵਿਵਹਾਰ ਕਰਦੇ ਹਨ ਜਿਨ੍ਹਾਂ ਨੇ ਜਲਦਬਾਜ਼ੀ ਦੇ ਵਿੱਚ ਉਸ ਜੰਗਲੀ ਬੂਟੀ ਨੂੰ ਪੁੱਟ ਸੁੱਟਣ ਦੀ ਗੱਲ ਕੀਤੀ ਸੀ।
ਅਤੇ ਇਸ ਤਰ੍ਹਾਂ ਦੇ ਵਿਸ਼ਵਾਸੀ ਦੂਸਰੇ ਵਿਸ਼ਵਾਸੀਆਂ ਦਾ ਪ੍ਰੇਮ ਪੂਰਵਕ ਸਵਾਗਤ ਕਰਨ ਦੀ ਬਜਾਏ ਉਹਨਾਂ ਨੂੰ ਆਪਣੇ ਸੁਭਾਅ ਕਰਕੇ ਬਹੁਤ ਦੁੱਖ ਪਹੁੰਚਾਉਂਦੇ ਹਨ ਅਤੇ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਨਿਆਂ ਕਰਨਾ ਪਰਮੇਸ਼ਰ ਦਾ ਕੰਮ ਹੈ, ਸਾਡਾ ਨਹੀਂ। ਪਰਮੇਸ਼ਰ ਸਭਨਾਂ ਦੇ ਨਾਲ ਧੀਰਜ ਰੱਖਦਾ ਹੈ ਤੇ ਇਸ ਸੰਸਾਰ ਦੇ ਵਿੱਚ ਦੁਸ਼ਟ ਭਾਵੇਂ ਕਿੰਨੇ ਹੀ ਸਮਰਥੀ ਕਿਉਂ ਨਾ ਹੋਣ, ਪਰ ਸਾਨੂੰ ਇੱਕ ਗੱਲ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਅੰਤ ਦੇ ਵਿੱਚ ਜੈ ਕੇਵਲ ਪਰਮੇਸ਼ਰ ਦੀ ਹੀ ਹੈ ਤੇ ਅੰਤ ਦੇ ਵਿੱਚ ਪਰਮੇਸ਼ਰ ਆਪਣੇ ਸਵਰਗ ਦੂਤਾਂ ਨੂੰ ਹੁਕਮ ਦੇਵੇਗਾ ਕਿ ਉਹ ਠੋਕਰ ਖਾਉਣ ਵਾਲਿਆਂ ਅਤੇ ਕੁਧਰਮੀਆਂ ਨੂੰ ਇਕੱਠਿਆਂ ਕਰਨ ਅਤੇ ਉਹ ਉਹਨਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ, ਜਿੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਧਰਮੀ ਆਪਣੇ ਪਿਤਾ ਦੇ ਰਾਜ ਦੇ ਵਿੱਚ ਅਨੰਤ ਕਾਲ ਤੱਕ ਸੂਰਜ ਵਾਂਗੂ ਚਮਕਣਗੇ। ਤੇ ਇੱਕ ਗੱਲ ਮੈਂ ਇੱਥੇ ਹੋਰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਦੋਂ ਬਹੁਤ ਸਾਰੇ ਲੋਕ ਇਸ ਵਚਨ ਦੀ ਵਿਆਖਿਆ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਚੰਗੇ ਲੋਕਾਂ ਨੂੰ ਪਰਮੇਸ਼ਰ ਨੇ ਬਣਾਇਆ ਹੈ ਤੇ ਦੁਸ਼ਟਾਂ ਨੂੰ ਜਾਂ ਮਾੜੇ ਲੋਕਾਂ ਨੂੰ ਸ਼ੈਤਾਨ ਨੇ। ਤੇ ਕੁਝ ਲੋਕ ਇਹ ਵੀ ਸੋਚਦੇ ਹਨ ਕਿ ਜੋ ਚੰਗੇ ਲੋਕ ਹੁੰਦੇ ਹਨ ਉਹ ਜਨਮ ਤੋਂ ਹੀ ਚੰਗੇ ਹੁੰਦੇ ਹਨ ਤੇ ਬੁਰੇ ਲੋਕ ਜੋ ਹੁੰਦੇ ਹਨ ਉਹ ਜਨਮ ਤੋਂ ਹੀ ਬੁਰੇ ਹੁੰਦੇ ਹਨ ਅਤੇ ਮਰਨ ਤੱਕ ਉਹ ਸਿਰਫ ਬੁਰਾਈ ਹੀ ਕਰਦੇ ਹਨ। ਪਰ ਇਹ ਦੋਵੇਂ ਹੀ ਵਿਚਾਰ ਗਲਤ ਹਨ। ਸਾਰਿਆਂ ਮਨੁੱਖਾਂ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਬਣਾਇਆ ਹੈ ਤੇ ਪਰਮੇਸ਼ਰ ਨੇ ਸਭ ਨੂੰ ਆਜ਼ਾਦ ਇੱਛਾ ਦਿੱਤੀ ਹੋਈ ਹੈ ਤੇ ਪਰਮੇਸ਼ਰ ਦਾ ਵਿਰੋਧੀ ਸ਼ੈਤਾਨ ਬਹੁਤ ਸਾਰੇ ਲੋਕਾਂ ਨੂੰ ਵਚਨ ਦੀ ਸਿੱਖਿਆ, ਉਧਾਰ ਅਤੇ ਪਰਮੇਸ਼ਰ ਦੀ ਕਿਰਪਾ ਤੋਂ ਦੂਰ ਕਰ ਦਿੰਦਾ ਹੈ ਤੇ ਉਹਨਾਂ ਨੂੰ ਭਿੰਨ-ਭਿੰਨ ਪ੍ਰਕਾਰ ਦੀਆਂ ਬੁਰਾਈਆਂ ਅਤੇ ਸੰਸਾਰ ਦੀਆਂ ਗੰਦੀਆਂ ਆਦਤਾਂ ਦੇ ਵਿੱਚ ਫਸਾ ਲੈਂਦਾ ਹੈ ਤੇ ਇਸ ਤਰ੍ਹਾਂ ਦੇ ਲੋਕ ਸ਼ੈਤਾਨ ਦੀਆਂ ਗੱਲਾਂ ਦੇ ਵਿੱਚ ਆ ਕੇ ਉਸ ਦੇ ਨਾਲ ਅੱਗੇ ਵਧਦੇ ਜਾਂਦੇ ਹਨ ਤੇ ਆਪਣੇ ਆਪ ਨੂੰ ਪਰਮੇਸ਼ਰ ਤੋਂ ਦੂਰ ਕਰ ਲੈਂਦੇ ਹਨ ਤੇ ਉਹਨਾਂ ਦਾ ਹਾਲ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਪਰਮੇਸ਼ਰ ਦੀ ਸੰਤਾਨ ਕਹਿਲਾਏ ਜਾਣ ਦੇ ਯੋਗ ਹੀ ਨਹੀਂ ਰਹਿੰਦੇ। ਤੇ ਅਜਿਹੇ ਲੋਕਾਂ ਨੂੰ ਇਸ ਦ੍ਰਿਸ਼ਟਾਂਤ ਦੇ ਵਿੱਚ ਜੰਗਲੀ ਬੂਟੀ ਜਾਂ ਦੁਸ਼ਟ ਦੀ ਸੰਤਾਨ ਕਿਹਾ ਗਿਆ ਹੈ ਤੇ ਇਹਨਾਂ ਨੂੰ ਇਹਨਾਂ ਦੇ ਫਲਾਂ ਤੋਂ ਪਛਾਣਿਆ ਜਾਂਦਾ ਹੈ ਤੇ ਇਹਨਾਂ ਦੇ ਮਨਾਂ ਦੇ ਵਿੱਚ ਪਰਮੇਸ਼ਰ ਦਾ ਡਰ ਨਹੀਂ ਹੁੰਦਾ ਤੇ ਇਹ ਬੜੀ ਨਿਡਰਤਾ ਦੇ ਨਾਲ ਬੁਰਾਈ ਕਰਦੇ ਹੋਏ ਅੱਗੇ ਵੱਧਦੇ ਫੁੱਲਦੇ ਜਾਂਦੇ ਹਨ। ਉਹਨਾਂ ਦਾ ਅੰਤ ਬਹੁਤ ਮਾੜਾ ਹੈ ਤੇ ਵਿਸ਼ਵਾਸੀਆਂ ਨੂੰ ਜਦੋਂ ਦੁਸ਼ਟ ਲੋਕ ਉન્નਤੀ ਕਰਦੇ ਹਨ, ਵੱਧਦੇ ਫੁੱਲਦੇ ਹਨ ਤੇ ਉਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹਨਾਂ ਦੀ ਨੀਅਤ ਅਤੇ ਸਾਡੀ ਨੀਅਤ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਦੁਸ਼ਟ ਚਾਹੇ ਕਿੰਨੇ ਵੀ ਵੱਧ ਫੁੱਲ ਜਾਣ ਪਰ ਅੰਤ ਦੇ ਵਿੱਚ ਉਹ ਉਸ ਅੱਗ ਦੀ ਝੀਲ ਦੇ ਵਿੱਚ ਜਾਣਗੇ ਅਤੇ ਜਿਸ ਨੂੰ ਪਰਮੇਸ਼ਰ ਨੇ ਸ਼ੈਤਾਨ ਅਤੇ ਉਹਦੇ ਫਰਿਸ਼ਤਿਆਂ ਦੇ ਵਾਸਤੇ ਤਿਆਰ ਕੀਤਾ ਹੈ। ਧਰਮੀ ਆਪਣੇ ਪਿਤਾ ਦੇ ਨਾਲ ਹਮੇਸ਼ਾ ਦੇ ਆਨੰਦ ਦੇ ਵਿੱਚ ਭਾਗੀ ਹੋਣਗੇ ਤੇ ਵਿਸ਼ਵਾਸੀਆਂ ਦੇ ਲਈ ਪਰਮੇਸ਼ਰ ਨੇ ਇੱਕ ਬਹੁਤ ਸੋਹਣਾ ਭਵਿੱਖ ਰੱਖਿਆ ਹੋਇਆ ਹੈ ਤੇ ਉਹ ਸਾਨੂੰ ਅਜਿਹੇ ਸਥਾਨ ਤੇ ਲੈ ਕੇ ਜਾਣਾ ਚਾਹੁੰਦਾ ਹੈ ਜਿੱਥੇ ਸੜਕਾਂ ਵੀ ਸੋਨੇ ਦੀਆਂ, ਜਿੱਥੇ ਨਾ ਕੋਈ ਰੋਣਾ ਹੋਵੇਗਾ ਤੇ ਨਾ ਕੋਈ ਬਿਮਾਰੀ ਹੋਵੇਗੀ ਤੇ ਉਹ ਸਾਡੀਆਂ ਅੱਖਾਂ ਦੇ ਹੰਝੂਆਂ ਨੂੰ ਪੂੰਝ ਦੇਵੇਗਾ, ਜਿਸ ਨੇ ਮੌਤ ਉੱਤੇ ਜੈ ਪਾਈ ਹੈ ਅਤੇ ਉਹ ਸਾਨੂੰ ਵੀ ਬਲਵੰਤ ਅਤੇ ਜੈਵੰਤ ਬਣਾਵੇਗਾ। ਇਸੇ ਕਰਕੇ ਜਦੋਂ ਦੁਸ਼ਟ ਵਧਣ ਤਾਂ ਉਹਨਾਂ ਨੂੰ ਵਧਣ ਦਿਓ ਤੇ ਇਸ ਗੱਲ ਨੂੰ ਯਾਦ ਰੱਖੋ ਕਿ ਵਾਢੀ ਵਾਲੇ ਦਿਨ ਪਰਮੇਸ਼ਰ ਦੇ ਲੋਕ, ਪਰਮੇਸ਼ਰ ਦੇ ਦੂਤ ਉਹਨਾਂ ਨੂੰ ਵੱਖ ਕਰਨਗੇ ਅਤੇ ਹਮੇਸ਼ਾ ਦੀ ਅੱਗ ਵਿੱਚ ਸੁੱਟ ਦੇਣਗੇ। ਤੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਇਸ ਸੰਸਾਰ ਦਾ ਸੁਆਮੀ ਪਰਮੇਸ਼ਰ ਯਹੋਵਾ ਹੈ ਤੇ ਪਰਮੇਸ਼ਰ ਦਾ ਇਸ ਸੰਸਾਰ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਸ਼ੈਤਾਨ ਨੇ ਇਸ ਸੰਸਾਰ ਦੇ ਵਿੱਚ ਤਰ੍ਹਾਂ ਦੀਆਂ ਬੁਰਾਈਆਂ ਨੂੰ ਉਤਪੰਨ ਕੀਤਾ ਹੈ। ਇਸ ਪਾਪੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਕਈ ਵਾਰ ਸਾਨੂੰ ਬਿਨਾਂ ਗੱਲ ਤੋਂ ਕਈ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਕਸ਼ਟ ਸਾਡੇ ਜੀਵਨ ਦੇ ਵਿੱਚ ਕਿਸੇ ਬਿਮਾਰੀ, ਚੋਰੀ, ਡਕੈਤੀ ਜਾਂ ਕਿਸੇ ਦੁਰਘਟਨਾ ਦੇ ਐਕਸੀਡੈਂਟ ਦੇ ਕਾਰਨ ਆਉਂਦੇ ਹਨ। ਇਸ ਤੋਂ ਸਾਨੂੰ ਬਹੁਤ ਦੁੱਖ ਹੁੰਦਾ ਹੈ, ਪਰ ਸਾਨੂੰ ਆਪਣਾ ਪੂਰਾ ਧਿਆਨ ਮੌਤ ਤੋਂ ਬਾਅਦ ਉਸ ਅਨੰਤ ਕਾਲ ਦੇ ਜੀਵਨ ਉੱਤੇ ਲਾਉਣਾ ਹੈ।
ਤੇ ਸਾਡਾ ਇਹ ਜੀਵਨ ਉਸ ਅਨੰਤ ਕਾਲ ਦੇ ਜੀਵਨ ਦੇ ਅੱਗੇ ਇੱਕ ਭਾਫ ਦੇ ਸਮਾਨ ਜਾਂ ਘਾਹ ਦੇ ਮੈਦਾਨ ਦੇ ਸਮਾਨ ਹੈ। ਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਦੁੱਖ ਝੱਲਣਾ ਉਸ ਅੰਤ ਦੇ ਅੱਗ ਨਾਲੋਂ ਕਿਤੇ ਅਧਿਕ ਵਧੀਆ ਹੈ। ਤੇ ਇਹ ਦ੍ਰਿਸ਼ਟਾਂਤ ਸਾਨੂੰ ਦੱਸਦਾ ਹੈ ਕਿ ਸਾਡੇ ਕੋਲੇ ਸਿਰਫ ਦੋ ਹੀ ਆਪਸ਼ਨਸ ਹਨ ਅਤੇ ਦੋਵਾਂ ਵਿੱਚੋਂ ਸਾਨੂੰ ਇੱਕ ਨੂੰ ਚੁਣਨਾ ਪਵੇਗਾ। ਅਸੀਂ ਪਰਮੇਸ਼ਰ ਦੇ ਰਾਜ ਦੀ ਸੰਤਾਨ ਬਣਨਾ ਚਾਹੁੰਦੇ ਹਾਂ ਜਾਂ ਦੁਸ਼ਟ ਦੀ ਸੰਤਾਨ ਬਣਨਾ ਚਾਹੁੰਦੇ ਹਾਂ। ਤੇ ਸਾਡਾ ਚੁਣਾਵ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਸੁਸਮਾਚਾਰ ਨੂੰ ਕਿਸ ਤਰ੍ਹਾਂ ਵੇਖਦੇ ਹਾਂ। ਤੇ ਪ੍ਰਭੂ ਦਾ ਸੁਸਮਾਚਾਰ ਹਰ ਜਾਤੀ ਹਰ ਭਾਸ਼ਾ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਇਹ ਲੋਕਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਮੰਨਦੇ ਹਨ ਜਾਂ ਨਹੀਂ। ਤੇ ਸੁਸਮਾਚਾਰ ਮੰਨਣ ਵਾਲੇ ਤੇ ਉਸ ਤੇ ਵਿਸ਼ਵਾਸ ਕਰਨ ਵਾਲੇ ਬਚ ਜਾਣਗੇ, ਪਰ ਉਸ ਦਾ ਇਨਕਾਰ ਕਰਨ ਵਾਲੇ ਨਸ਼ਟ ਹੋ ਜਾਣਗੇ। ਤੇ ਸਾਡਾ ਪਰਮੇਸ਼ਰ ਪਾਪ ਅਤੇ ਦੁਸ਼ਟਾਂ ਦੇ ਪ੍ਰਤੀ ਧੀਰਜਵਾਨ ਪਰਮੇਸ਼ਰ ਹੈ। ਤੇ ਉਹ ਇਸ ਕਰਕੇ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕੋਈ ਵੀ ਨਸ਼ਟ ਹੋਵੇ। ਉਹ ਚਾਹੁੰਦਾ ਹੈ ਕਿ ਸਭ ਨੂੰ ਮਨ ਫਿਰਾਵ ਦਾ ਮੌਕਾ ਮਿਲੇ। ਇਸ ਸੰਸਾਰ ਦੇ ਵਿੱਚ ਚਾਹੇ ਉਹ ਧਰਮੀ ਹੋਵੇ ਜਾਂ ਕੁਧਰਮੀ, ਪਰਮੇਸ਼ਰ ਸਭ ਨੂੰ ਪਿਆਰ ਕਰਦਾ ਹੈ। ਤੇ ਉਹ ਇਹ ਨਹੀਂ ਚਾਹੁੰਦਾ ਹੈ ਕਿ ਸੰਸਾਰ ਦਾ ਕੋਈ ਵੀ ਮਨੁੱਖ ਸ਼ੈਤਾਨ ਦੇ ਨਾਲ ਉਸ ਅਨੰਤ ਸਜ਼ਾ ਨੂੰ ਭੁਗਤੇ। ਇਸੇ ਕਰਕੇ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਨੂੰ ਇਸ ਸੰਸਾਰ ਦੇ ਵਿੱਚ ਘੱਲਿਆ ਤਾਂ ਕਿ ਲੋਕ ਉਸ ਦੇ ਦੁਆਰਾ ਬਚਾਏ ਜਾ ਸਕਣ ਤੇ ਕੋਈ ਵੀ ਨਾਸ਼ ਨਾ ਹੋਵੇ। ਤੇ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਬੁਰਾਈ ਹਮੇਸ਼ਾ ਨਹੀਂ ਰਹੇਗੀ ਅਤੇ ਸਮਾਂ ਆਉਣ ਵਾਲਾ ਹੈ ਤੇ ਨਜ਼ਦੀਕ ਹੈ ਜਦੋਂ ਪਰਮੇਸ਼ਰ ਇਸ ਸੰਸਾਰ ਦੇ ਵਿੱਚੋਂ ਬੁਰਾਈ ਨੂੰ ਮਿਟਾ ਦੇਵੇਗਾ। ਇਹ ਪਾਪ ਨਸ਼ਟ ਹੋ ਜਾਣਗੇ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਦਾ ਰਾਜ ਆ ਰਿਹਾ ਹੈ ਅਤੇ ਜਦ ਉਹ ਆਵੇਗਾ ਤੇ ਸਾਰੀਆਂ ਬੁਰਾਈਆਂ ਅਤੇ ਪਾਪਾਂ ਦਾ ਨਾਸ਼ ਕਰੇਗਾ। ਆ ਰਿਹਾ ਹੈ ਕਿਉਂਕਿ ਸਾਰੇ ਠੋਕਰ ਖਵਾਉਣ ਵਾਲੇ ਅਤੇ ਕੁਧਰਮੀਆਂ ਨੂੰ ਉਹ ਇਕੱਠਿਆਂ ਕਰਕੇ ਅੱਗ ਦੇ ਕੁੰਡ ਵਿੱਚ ਸੁੱਟ ਦੇਵੇ। ਰੋਣਾ ਅਤੇ ਦੰਦਾਂ ਦਾ ਪੀਣਾ ਹੋਵੇਗਾ, ਪਰ ਧਰਮੀਆਂ ਨੂੰ ਉਹ ਆਪਣੇ ਨਾਲ ਆਪਣੇ ਰਾਜ ਦੇ ਵਿੱਚ ਲੈ ਜਾਵੇਗਾ ਜਿੱਥੇ ਉਹ ਸੂਰਜ ਦੇ ਵਾਂਗੂ ਚਮਕਣਗੇ। ਤੇ ਇਸ ਦੇ ਲਈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਅੱਜ ਦੁੱਖਾਂ ਦੇ ਵਿੱਚ ਹੋ ਜਾਂ ਤਕਲੀਫਾਂ ਦੇ ਵਿੱਚ ਹੋ, ਬਹੁਤ ਸਾਰੇ ਕਸ਼ਟਾਂ ਨੂੰ ਝੱਲ ਰਹੇ ਹੋ ਜਾਂ ਫਿਰ ਤੁਸੀਂ ਸਤਾਏ ਜਾ ਰਹੇ ਹੋ, ਤਾਂ ਤੁਹਾਨੂੰ ਸਿਰਫ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਜੈਵੰਤ ਪ੍ਰਭੂ ਯੀਸ਼ੂ ਮਸੀਹ ਆ ਰਿਹਾ ਹੈ। ਅੱਜ ਭਾਵੇਂ ਦੁਸ਼ਟ ਵੱਧਦੇ ਅਤੇ ਉਹ ਵੱਧਦੇ ਫੁੱਲਦੇ ਨਜ਼ਰ ਆਉਂਦੇ ਹੋਣ, ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅੰਤ ਵਿੱਚ ਜੈ ਸਾਡੀ ਹੈ। ਅਸੀਂ ਆਪਣੇ ਪਿਤਾ ਦੇ ਨਾਲ ਅਨੰਤ ਕਾਲ ਤੱਕ ਰਹਿਣ ਵਾਲੇ ਹਾਂ। ਤੇ ਹੁਣ ਮੈਂ ਇਹ ਆਸ ਕਰਦਾ ਹਾਂ ਕਿ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਰਾਹੀਂ ਤੁਹਾਨੂੰ ਆਸ਼ੀਸ਼ ਮਿਲੀ ਹੋਵੇਗੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਤਦ ਤੱਕ ਲਈ ਜੈ ਮਸੀਹ ਦੀ।